So next article is analytical method for determining the resultant of a system of coplanar forces. So we are given a number of coplanar forces and we have to determine their resultant. So this is the method with the help of couples how you can determine the resultant. So the statement is prove that any system of coplanar forces acting on a rigid body is equivalent to a single force. ਤਾਂ ਕੋਈ ਵੀ ਆਪਣੇ ਕੋਲ ਜਿੰਨੀਆਂ ਮਰਜ਼ੀ ਫੋਰਸਿਸ ਹੈਗੀਆਂ ਨੇ, there are so many forces, we have a system of coplanar forces, ਤੇ ਇਹਨੂੰ ਇਕੁਇਵਲੈਂਟ ਪ੍ਰੂਵ ਕਰਨਾ ਹੈ ਇੱਕ ਸਿੰਗਲ ਫੋਰਸ ਦੇ, ਔਰ ਇਹਨਾਂ ਫੋਰਸਿਸ ਨੂੰ ਅਸੀਂ ਇੱਕ ਸਿੰਗਲ ਫੋਰਸ ਦੇ ਬਰਾਬਰ ਬਣਾ ਸਕਦੇ ਹਾਂ, ਔਰ ਉਹ ਸਿੰਗਲ ਫੋਰਸ ਜਿਹੜੀ ਹੋਏਗੀ ਐਟ ਐਨ ਆਰਬਿਟਰੀ ਚੂਜ਼ਨ ਪੁਆਇੰਟ, ਕਿਸੇ ਵੀ ਆਰਬਿਟਰੀ ਪੁਆਇੰਟ ਦੇ ਉੱਪਰ ਆਪਾਂ ਬਣਾ ਸਕਦੇ ਹਾਂ, ਤੇ ਨਾਲ ਉਹਦੇ ਕੀ ਹੋਏਗਾ ਟੂਗੇਦਰ ਵਿਦ ਏ ਕੋਪਲੈਨਰ ਕਪਲ, ਤੇ ਇੱਕ ਇਹ ਸਾਰੀਆਂ ਫੋਰਸਿਸ ਨੂੰ ਅਸੀਂ ਰਿਡਿਊਸ ਕਰ ਸਕਦੇ ਹਾਂ ਇੱਕ ਸਿੰਗਲ ਫੋਰਸ ਦੇ ਵਿੱਚ, ਔਰ ਇੱਕ ਸਿੰਗਲ ਫੋਰਸ ਦੇ ਨਾਲ ਇੱਕ ਐਡਜੋਇਨਿੰਗ ਕਪਲ ਹੋਏਗਾ, ਇਹ ਇਸ ਆਰਟੀਕਲ ਦੇ ਵਿੱਚ ਮੈਂਸ਼ਨ ਕੀਤਾ ਹੋਇਆ। previous video lecture ਦੇ ਵਿੱਚ ਵੀ ਇਹ ਗੱਲ ਹੋਈ ਸੀਗੀ, we have a system of number of forces like this P1 P2 P3 P4. Now in this article we just explain the method how to calculate, how to make them in a single how to combine all these forces into a single force and a adjoining couple. So ये अपने कोल forces हैं P1 P2 P3, all these are the forces. ਕਿਹੜੇ ਕਿਹੜੇ ਪੁਆਇੰਟ ਤੇ ਐਕਟ ਕਰ ਰਹੀ ਹੈ? ਲੈਟ ਅਸ ਸਪੋਜ਼ ਇਹ ਐਕਟ ਕਰ ਰਹੀ ਹੈਗੀ ਹੈ P1 ਜਿਹੜੀ ਹੈ that is acting on x1 y1, P2 is acting on x2 y2, P3 is acting on x3 y3, P4 is acting on x4 y4 and so on. And ਇਹ ਪੁਆਇੰਟਸ ਦੀ ਜਿਹੜੀ ਮੈਜ਼ਰਮੈਂਟ ਹੈ ਇਹ ਦੋ ਐਕਸਿਸ ਦੇ ਆਪਾਂ ਬਣਾ ਕੇ ਕੀਤੇ ਹੈ, this is the x axis and this is the y axis, and if we are saying this is the point x1 y1, that means this distance is x1 and this distance is y1, sorry, up to this point this distance is y1, or you can say this distance is y1. So ਇਸ ਤਰ੍ਹਾਂ ਆਪਾਂ ਨੇ x axis and y axis ਬਣਾਈ ਹੈ ਤੇ ਉਹਦੇ ਅਕੋਰਡਿੰਗ ਡਿਸਟੈਂਸਸ ਮੇਜਰ ਕੀਤੇ हैं. Now ਕੀ ਕਰਨ ਲੱਗੇ ਆ, ਇਹਨਾਂ ਫੋਰਸਿਸ ਦੇ ਰਿਜ਼ੋਲਟ ਪਾਰਟਸ ਬਣਾਉਣ ਲੱਗੇ ਆ, one is parallel to the horizontal and one is parallel to the vertical. So x1 y1 is the resolved part of the force P1, x2 y2 are the resolved parts of the force P2 and x3 y3 are the resolved parts of the force P3. जिस तरह ਅਸੀਂ ਕਰਦੇ ਹੁੰਦੇ ਆ ਕਿ ਇਸ ਦੇ along ਜੇ ਰਿਜ਼ੋਲਟ ਪਾਰਟ ਫਾਈਂਡ ਕਰਨਾ ਹੈ, ਅਗਰ ਇਹ ਐਂਗਲ ਥੀਟਾ ਹੋਏਗਾ ਸੋ x1 ਦੀ ਵੈਲਿਊ ਕਿੰਨੀ ਹੋਗੀ P1 cos ਥੀਟਾ, ਤੇ ਇਧਰ y1 ਦੀ ਵੈਲਿਊ ਕਿੰਨੀ ਹੋਗੀ P1 sin ਥੀਟਾ. ਸੋ ਇਸ ਤਰ੍ਹਾਂ ਆਪਾਂ ਨੇ ਇਹ ਰਿਜ਼ੋਲਟ ਪਾਰਟਸ ਜਿਹੜੇ ਹੈ ਬਣਾਏ ਹੈਗੇ, ਤੇ ਇਹ ਸਾਰੀਆਂ ਫੋਰਸਿਸ ਦੇ ਬਣਾਏ ਆ, ਜਿਵੇਂ P1 ਦਾ ਐਕਸਪਲੇਨ ਕੀਤਾ ਇਸੇ ਤਰ੍ਹਾਂ P2 P3 P4 ਸਾਰਿਆਂ ਦੇ ਲਈ. Now replace the force x1 by an equal and parallel force x1 along OX together with the couple of moment. So ਅਸੀਂ previous articles ਦੀ discussion ਦੇ ਵਿੱਚ ਇਹੀ ਕਿਹਾ ਸੀ ਕਿ ਕੋਈ ਵੀ ਜਿਹੜੀ ਫੋਰਸ ਹੈਗੀ ਹੈ ਉਸ ਨੂੰ ਅਸੀਂ ਰੈਜ਼ੋਲੂਟ ਕਰ ਸਕਦੇ ਹਾਂ ਇੱਕ ਇਕੁਇਵਲੈਂਟ ਫੋਰਸ ਦੇ ਵਿੱਚ, ਜਿਹੜੀ ਕਿ ਇਹਦੇ ਬਿਲਕੁਲ ਪੈਰਲਲ ਹੋਏਗੀ, ਇਕੁਅਲ ਐਂਡ ਪੈਰਲਲ ਹੋਏਗੀ. ਸੋ x1 ਹੈਗੀ ਹੈ ਫੋਰਸ ਔਰ ਇਹਦੇ ਬਿਲਕੁਲ ਇਕੁਅਲ ਐਂਡ ਪੈਰਲਲ ਅਸੀਂ OX ਦੇ ਅਲੋਂਗ ਬਣਾਈ, ਤੇ ਨਾਲ ਕੀ ਹੋਏਗਾ ਟੂਗੇਦਰ ਵਿਦ ਅ ਕਪਲ, ਤੇ ਨਾਲ ਇਸ ਦੇ ਇੱਕ ਕਪਲ ਹੋਏਗਾ. ਇਹ ਆਪਾਂ ਨੇ ਕੱਲ ਪ੍ਰੀਵੀਅਸ ਜਿਹੜੀ ਵੀਡੀਓ ਹੈਗੀ ਹੈ ਉਹਦੇ ਵਿੱਚ ਪ੍ਰੂਫ ਕੀਤਾ ਸੀ ਕਿ ਕੋਈ ਵੀ ਇੱਕ ਫੋਰਸ ਨੂੰ ਅਸੀਂ ਰੈਜ਼ੋਲੂਟ ਕਰ ਸਕਦੇ ਹਾਂ ਇੱਕ ਫੋਰਸ ਔਰ ਇੱਕ ਐਡਜੋਇਨਿੰਗ ਕਪਲ ਦੇ ਵਿੱਚ. ਸੋ ਜਿਵੇਂ ਇਹ ਆਪਣੇ ਕੋਲ ਫੋਰਸ F ਸੀਗੀ ਤਾਂ ਐਡਜੋਇਨਿੰਗ ਫੋਰਸ ਆਪਣੇ ਕੋਲ F ਹੋਗੀ ਔਰ ਐਡਜੋਇਨਿੰਗ ਕਪਲ A ਹੋ ਗਿਆ ਆਪਣੇ ਕੋਲ, ਠੀਕ ਹੈ. ਸੋ ਇਸੇ ਤਰ੍ਹਾਂ x1 ਫੋਰਸ ਦੀ ਗੱਲ ਕਰ ਰਹੇ ਹਾਂ ਕਿ x1 ਫੋਰਸ ਦੇ ਬਿਲਕੁਲ ਇਕੁਅਲ ਐਂਡ ਪੈਰਲਲ ਅਸੀਂ x1 ਬਣਾਇਆ ਔਰ ਇੱਕ ਕਪਲ ਹੋਏਗਾ. ਉਹ ਕਪਲ ਉਰੇ ਨਹੀਂ ਸ਼ੋ ਕੀਤਾ, ਕਪਲ ਤੁਸੀਂ ਉਹ ਉਰੇ ਐਵੇਂ ਬਣਾ ਸਕਦੇ ਹੋ ਕਿ x1 ਦੂਸਰਾ ਅਸੀਂ ਇੱਧਰ ਨੂੰ ਬਣਾ ਲੈਣਾ. ਸੋ ਐਡਜੋਇਨਿੰਗ ਕਪਲ A ਹੋ ਗਿਆ, this one is the couple and this is the force x1, ਉਰੇ ਤੁਸੀਂ x1 ਦੀ ਡਾਇਰੈਕਸ਼ਨ ਬਣਾ ਸਕਦੇ. ਸੋ ਇਸ ਤਰ੍ਹਾਂ ਇਹ ਫੋਰਸ ਜਿਹੜੀ x1 ਹੈ ਇਹ ਦੋ ਪਾਰਟਸ ਵਿੱਚ ਰੈਜ਼ੋਲੂਟ ਹੋਗੀ, ਇੱਕ ਇਕੁਅਲ ਐਂਡ ਪੈਰਲਲ ਫੋਰਸ ਔਰ ਇੱਕ ਕਪਲ. ਤਾਂ ਹੀ ਲਿਖਿਆ equal and parallel force x1 along OX together with the couple. और इस couple ਦੀ मोमेंट कितनी होएगी, ये couple ਦੀ जे मोमेंट ਅਸੀਂ देखिए, couple ਦੀ मोमेंट किदे बराबर ਹੁੰਦੀ ਹੈ the force into arm. so arm ਦੀ ਇਹ length ਕਿੰਨੀ ਸੀਗੀ ਆਪਣੇ ਕੋਲ, ਇਹ ਮੈਂ ਪਹਿਲਾਂ ਦੱਸਿਆ ਸੀ y1, couple ਇਹ ਰਿਹਾ ਨਾ ਆਪਣੇ ਕੋਲ x1 ਇੱਧਰ ਨੂੰ ਬਣੇਗਾ couple, ਮੈਂ ਇੱਧਰ ਐਵੇਂ ਬਣਾਇਆ ਸੀਗਾ, this was our x1. so ਇਹ couple ਹੈ ਤਾਂ ਇਹਨਾਂ ਦੀ arm ਦੀ length ਕਿੰਨੀ ਹੋਈ y1. So x1 into y1, or negative ਇਹਨੂੰ ਤਾਂ ਲਿੱਤਾ because this couple can be taken as moving in the clock direction like this, because we have like this one. So ਇਸ given force ਨੂੰ ਜੇ ਆਪਾਂ rotate ਕਰੀਏ ਇਸ ਤਰ੍ਹਾਂ
ਤਾਂ ਇਹ ਕਲॉकਵਾਈਜ਼ ਡਾਇਰੈਕਸ਼ਨ ਬਣਦੀ ਹੈ, ਸੋ -x1 into y1। ਸਿਮਿਲਰਲੀ ਜੇਕਰ ਅਸੀਂ ਆਪਾਂ ਇਸ ਦੇ ਸੈਕੰਡ ਕੰਪੋਨੈਂਟ y1 ਨੂੰ, ਆ ਜਿਹੜਾ ਕੰਪੋਨੈਂਟ ਹੈ y1, ਇਸ ਨੂੰ ਵੀ ਕਹੀਏ, ਇਹ ਵੀ ਰਿਜ਼ੋਲਵ ਹੋ ਜਾਊਗਾ ਕਪਲ ਦੇ ਵਿੱਚ, ਤਾਂ ਇਕੁਅਲ ਫੋਰਸ y1 ਹੋਗੀ, ਇਹਦੇ ਬਿਲਕੁਲ ਇਕੁਅਲ ਐਂਡ ਪੈਰਲਲ, ਔਰ ਜਿਹੜਾ ਕਪਲ ਹੈਗਾ ਐਡਜੋਇਨਿੰਗ ਉਹ ਐਵੇਂ ਬਣ ਜਾਊਗਾ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ। ਸੋ y1 this is the couple, this is the couple and this is the force। और इस कपल दी मोमेंट कितनी होएगी, आ डिस्टेंस अपने कोल कितना सीगा x1, so it will be y1 x1 and it is moving in the anti clock direction क्योंकि इसनु इधरों दी नेड़े पै रिहा हैगा पॉइंट, so it is moving in the anti clock direction, so plus y1 x1। ਤਾਂ ਕੀ ਪਤਾ ਲੱਗ ਰਿਹਾ, the resolved parts of x1 y1 of the force p1 at the point x1 y1 have been replaced by equal and parallel force at the point o together with a couple of moment। ਤਾਂ ਆਪਣੇ ਕੋਲ ਜਿਹੜੇ ਰਿਜ਼ੋਲਵਡ ਪਾਰਟਸ ਹੈਗੇ ਨੇ p1 ਫੋਰਸ ਦੇ x1 ਤੇ y1, ਠੀਕ ਹੈ, ਜਿਹੜੇ ਕਿ ਇਸ ਪੁਆਇੰਟ ਦੇ ਉੱਪਰ ਐਕਟ ਕਰ ਰਹੇ ਸੀ, ਉਹਨਾਂ ਨੂੰ ਅਸੀਂ ਇਕੁਅਲ ਐਂਡ ਪੈਰਲਲ ਫੋਰਸਿਸ ਨਾਲ ਰਿਪਲੇਸ ਕਰ ਲਿਆ। ਇਕੁਅਲ ਐਂਡ ਪੈਰਲਲ ਫੋਰਸਿਸ ਕਿਹੜੀਆਂ ਬਣੀਆਂ, O ਪੁਆਇੰਟ ਦੇ ਉੱਪਰ ਇੱਕ x1 ਔਰ ਇੱਕ y1, ਬਟ ਇਹਨਾਂ ਦੋਵਾਂ ਦੇ ਨਾਲ ਇੱਕ ਇੱਕ ਕਪਲ ਨਾਲ ਜੁੜਿਆ ਹੋਇਆ, ਟੂਗੇਦਰ ਵਿਦ ਅ ਕਪਲ। ਔਰ ਇਹਨਾਂ ਦੋਵਾਂ ਦਾ ਜਿਹੜਾ ਕੰਬਾਈਨਡ ਕਪਲ ਹੈ ਉਹਦੀ ਮੂਵਮੈਂਟ ਕਿੰਨੀ ਕਵਾਂਗੇ ਅਸੀਂ, ਜੇ ਆਪਾਂ ਕਹੀਏ ਕਿ p1 ਦੀ ਆਪਾਂ ਪੂਰੇ ਉਸ ਦੀ ਮੂਵਮੈਂਟ ਦੀ ਗੱਲ ਕਰੀਏ ਤਾਂ x1 ਵਾਲੇ ਕੰਪੋਨੈਂਟ ਦਾ ਆਇਆ ਸੀ -x1 y1 ਔਰ y1 ਵਾਲੇ ਕੰਪੋਨੈਂਟ ਦਾ ਆਇਆ ਸੀ +y1 x1, ਸੋ ਇਹ ਆਏਗਾ x1 y1 -y1 x1। Similarly, ਜੇ ਆਪਾਂ p2 ਦੀ ਗੱਲ ਕਰਾਂਗੇ, so with the same calculation we get the couple of moment x2 y2 -y2 x2 and so on। ਤੇ x ਆਪਣੇ ਕੋਲ ਜਿਹੜੀ ਕੰਪਲੀਟ ਫੋਰਸ ਹੈਗੀ ਆ, ਕਿਉਂਕਿ ਇਸੀ ਦੇ along x1 ਵੀ ਆ ਗਿਆ, ਇਸੀ ਦੇ along x2 ਆ ਗਿਆ, ਇਸੀ ਦੇ along x3 ਆ ਗਿਆ, ਸਾਰੇ ਆ ਗਏ। ਇਸ ਤਰ੍ਹਾਂ ਇਸੇ ਦੇ along y2, ਇਸੇ ਦੇ along y3, ਇਸੇ ਦੇ along y4, ਸਾਰੇ ਆ ਗਏ। so x ਜਿਹੜਾ ਹੈ that will be the summation of x1 along OX and y the equivalent force summation y1 along OY and coplanar couples। और ਇਹਨਾਂ ਦੇ ਨਾਲ couples ਵੀ ਸੀਗੇ ਜਿਨ੍ਹਾਂ ਦੀਆਂ moments ਇਹ ਵਾਲੀਆਂ ਸੀ, ਇਹ ਵਾਲੀ। so the forces x and y will compound into a single resultant forces through O say R making an angle theta with OX। so ਆ ਦੋ components ਆਪਣੇ ਕੋਲ ਬਣੇ ਨੇ ਕਿਉਂਕਿ ਇੱਕ x ਔਰ ਇੱਕ y, I'll show you। ਆ ਦੋ ਕੰਪੋਨੈਂਟਸ ਹੀ ਬਣੇ ਸਾਰੇ ਸਿਸਟਮ ਦੇ, ਇੱਕ ਆ ਕੰਪੋਨੈਂਟ ਬਣ ਗਿਆ ਜਿਹਨੂੰ ਅਸੀਂ x ਕਿਹਾ ਔਰ ਇੱਕ ਇਹ ਕੰਪੋਨੈਂਟ ਬਣ ਗਿਆ ਜਿਹਨੂੰ ਅਸੀਂ y ਕਿਹਾ। ਤੇ ਜਿਹੜਾ ਇਹਨਾਂ ਦੋਵੇਂ ਕੰਪੋਨੈਂਟਸ ਦਾ ਰਿਜ਼ਲਟੈਂਟ ਹੈ that will be like this and let us suppose its angle is theta। so that means your x will be r cos theta and y will be r sin theta। that's why this thing by squaring and adding we will get the value of r। and the coplanar couples are also equivalent to a single couple। it was already discussed in the article 7 ਕਿ ਜਿੰਨੇ ਵੀ ਇਹ ਕਪਲਸ ਹੁੰਦੇ ਨੇ ਉਹਨਾਂ ਨੂੰ ਅਸੀਂ ਇੱਕ ਸਿੰਗਲ ਕਪਲ ਦੇ ਵਿੱਚ ਬਣਾ ਸਕਦੇ ਹਾਂ, ਔਰ ਉਸ ਸਿੰਗਲ ਕਪਲ ਦੀ ਜਿਹੜੀ ਮੂਵਮੈਂਟ ਹੈ ਉਹ ਇਹਨਾਂ ਸਾਰੇ ਕਪਲਸ ਦੀ ਮੂਵਮੈਂਟਸ ਦਾ ਐਲਜੈਬਰਿਕ ਸਮ ਹੁੰਦੀ ਹੈ। ਸੋ ਜੀ ਜਿਹੜਾ ਕਪਲਸ ਦਾ ਸਿੰਗਲ ਕਪਲ ਦਾ ਜਿਹੜਾ ਮੂਵਮੈਂਟ ਹੈ ਉਹ ਇਹਨਾਂ ਸਾਰੇ ਕਪਲਸ ਦੀ ਮੂਵਮੈਂਟਸ ਦਾ ਐਲਜੈਬਰਿਕ ਸਮ। ਦੇਅਰਫੋਰ ਇਸ ਸਿਸਟਮ ਨੂੰ ਅਸੀਂ ਇੱਕ ਸਿੰਗਲ ਫੋਰਸ ਐਕਟਿੰਗ ਐਟ ਐਨੀ ਪੁਆਇੰਟ O ਟੂਗੇਦਰ ਵਿਦ ਅ ਕਪਲ ਦੇ ਵਿੱਚ ਅਸੀਂ ਰਿਡਿਊਸ ਕਰ ਲਿਆ ਹੈਗਾ। ਸੋ ਇਹ ਸਾਰਾ ਪ੍ਰੋਸੀਜਰ ਹੈਗਾ ਜੋ ਅਸੀਂ ਅਡਾਪਟ ਕਰਿਆ ਕਰਾਂਗੇ। now the questions, ABCD is a rectangle with AB is equal to 4 meter, BC is equal to 3 meter। we are given a rectangle whose opposite sides are given to us। the length is of 4 meter you can say and breadth is 3 meters। so along AB, BC, CD, DA and AC act forces of these magnitude 2, 7, 6, 10 and 5 respectively। so we are given this diagram, ABCD is a rectangle, so here we have ABCD, this one is a rectangle and we have to take the force 2 kg along AB, 7 along BC, 6 along CD and 10 along DA, and along AC we have to take 5। show that the system reduces to a couple and find its moment। so ਜਿਵੇਂ ਅਸੀਂ ਆਰਟੀਕਲਸ ਦੇ ਵਿੱਚ ਕੀਤਾ ਉਵੇਂ ਹੀ ਅਸੀਂ ਕਰਾਂਗੇ। ਇਹ ਸਾਰੀਆਂ ਫੋਰਸਿਸ ਨੂੰ ਅਸੀਂ ਸ਼ੋ ਕਰਨਾ ਹੈ ਕਿ ਕਲੱਬ ਕਰਕੇ ਇਹ ਜਿਹੜਾ ਸਿਸਟਮ ਹੈਗਾ ਇੱਕ ਫੋਰਸ ਔਰ ਇੱਕ ਕਪਲ ਦੇ ਵਿੱਚ ਬਣਾਇਆ ਜਾ ਸਕਦਾ ਹੈ, ਔਰ ਉਸ ਕਪਲ ਦੀ ਫਿਰ ਅਸੀਂ ਮੂਵਮੈਂਟ ਜਿਹੜੀ ਹੈ, ਇਹ ਸਾਰਾ ਸਿਸਟਮ ਜਿਹੜਾ ਹੈ ਸੌਰੀ ਇੱਕ ਕਪਲ ਦੇ ਵਿੱਚ ਬਣਾਇਆ ਜਾ ਸਕਦਾ ਔਰ ਉਸ ਕਪਲ ਦੀ ਮੂਵਮੈਂਟ ਜਿਹੜੀ ਹੈ ਅਸੀਂ ਫਾਈਂਡ ਕਰਨੀ ਹੈ। ਸੋ ਅਸੀਂ ਕੀ ਕਰਦੇ ਆ, ਟੇਕ A ਐਜ਼ ਦਾ origin, ਠੀਕ ਹੈ, ਕੰਫਰਟੇਬਲੀ ਅਸੀਂ ਇੱਕ ਡਾਇਰੈਕਸ਼ਨ ਨੂੰ ਜਿਹੜਾ ਹੈ ਹੌਰੀਜ਼ੌਂਟਲ ਡਾਇਰੈਕਸ਼ਨ ਲੈਟ ਕਰ ਲਵਾਂਗੇ ਔਰ ਇੱਕ ਡਾਇਰੈਕਸ਼ਨ ਨੂੰ ਇਸ ਦੀ ਵਰਟੀਕਲ ਡਾਇਰੈਕਸ਼ਨ ਲੈਟ ਕਰ ਲਵਾਂਗੇ, ਰੈਕਟੈਂਗਲ ਦੀ ਡਾਇਰੈਕਸ਼ਨ।
So we are given AB is 4 meter and BC is 3 meter and AC, therefore AC will be 5 meter because this will be a right angle triangle. So if this side is 4, this side is 3, then according to Pythagoras this side will be 5. So sides the length ਦੀ ਗੱਲ ਹੋ ਰਹੀ ਹੈ, ਇਹ ਤਾਂ forces ਦੇ magnitudes ਹੈ, ਠੀਕ ਹੈ। So length ਆਪਣੇ ਕੋਲ 4 and 3 ਸੀ, ਤਾਂ ਇਹਦੀ length AC ਦੀ ਆਪਣੇ ਕੋਲ 5 ਆ ਗਈ। ਹੁਣ ਅਸੀਂ ਕੀ ਕਰਦੇ ਆ, ਇਹ ਬਾਕੀ ਸਾਰੀਆਂ ਫੋਰਸਿਸ ਤਾਂ ਹੌਰੀਜ਼ੌਂਟਲ ਐਂਡ ਵਰਟੀਕਲ ਸਾਡੇ ਕੋਲ ਹੈਗੀਆਂ ਨੇ। ਜਿਵੇਂ ਅਸੀਂ ਆਰਟੀਕਲ ਦੇ ਵਿੱਚ ਦੇਖਿਆ ਸੀਗਾ ਕਿ ਫੋਰਸ ਦੇ ਪਹਿਲਾਂ ਅਸੀਂ ਹੌਰੀਜ਼ੌਂਟਲ ਐਂਡ ਵਰਟੀਕਲ ਕੰਪੋਨੈਂਟਸ ਬਣਾਏ ਸੀ ਸਾਰਿਆਂ ਦੇ। P2 ਸੀਗਾ, ਉਹਦੇ ਵੀ ਹੌਰੀਜ਼ੌਂਟਲ ਦੇ ਵਰਟੀਕਲ ਬਣਾਏ, ਤਾਂ ਬਾਕੀ ਸਾਰੀਆਂ ਤਾਂ ਹੌਰੀਜ਼ੌਂਟਲ ਜਾਂ ਵਰਟੀਕਲ ਹੈ ਐਕਸੈਪਟ ਦ ਫੋਰਸ ਅਲੋਂਗ AC। ਇਸ ਫੋਰਸ ਨੂੰ ਛੱਡ ਕੇ ਬਾਕੀ ਸਾਰੀਆਂ ਆਪਣੇ ਕੋਲ ਹੌਰੀਜ਼ੌਂਟਲ ਹੈ ਜਾਂ ਵਰਟੀਕਲ ਹੈ। ਸੋ ਇਸੇ ਕਰਕੇ ਸਿਰਫ ਇਹਦੇ ਪਹਿਲਾਂ ਰਿਜ਼ੋਲਵ ਪਾਰਟ ਸਾਨੂੰ ਫਾਈਂਡ ਕਰਨ ਦੀ ਲੋੜ ਹੈਗੀ ਆ। ਸੋ ਇਹਦੇ ਰਿਜ਼ੋਲਵ ਪਾਰਟਸ ਫਾਈਂਡ ਕਰਨ ਦੇ ਲਈ ਇਹ ਵਾਲਾ ਐਂਗਲ ਸਾਨੂੰ ਲੈਟ ਕਰਨਾ ਪਊਗਾ, is the angle let it be theta, then we obviously have the value of sin theta perpendicular by hypotenuse. So perpendicular was given of length 3 and hypotenuse was given of length 5, which we have evaluated 5. So sin theta will be 3 by 5 and cos theta base by hypotenuse, it will be 4 by 5. So now ਸੋ ਹੁਣ ਆਪਾਂ x ਐਕਸਿਸ ਦੇ ਅਲੋਂਗ ਦੇਖਦੇ ਹਾਂ ਕਿਹੜੀ ਫੋਰਸ, ਕਿੰਨੀ ਫੋਰਸ ਇਫੈਕਟਿਵ ਹੋਈ ਆਪਣੇ ਕੋਲ। ਤਾਂ ਇੱਕ ਤਾਂ 2 ਹੈਗੀ ਹੈ ਇਸੇ ਡਾਇਰੈਕਸ਼ਨ 'ਚ, 6 ਨੂੰ ਜੇ ਆਪਾਂ ਇਸ ਡਾਇਰੈਕਸ਼ਨ 'ਚ ਲਵਾਂਗੇ, ਇਹ ਆਪੋਜ਼ਿਟ ਡਾਇਰੈਕਸ਼ਨ 'ਚ ਆ ਰਿਹਾ, ਸੋ 2 - 6। ਔਰ ਜਿਹੜੇ ਆਪਾਂ ਇਸ ਫੋਰਸ AC ਦੇ ਕੰਪੋਨੈਂਟ ਬਣਾਇਆ ਉਹ ਆਪਣੇ ਕੋਲ ਕੀ ਸੀਗਾ, ਕਿਉਂਕਿ ਇਸ ਦੇ ਅਲੋਂਗ ਜੇ ਐਂਗਲ ਥੀਟਾ ਲਿੱਤਾ ਹੈ ਤਾਂ ਫੋਰਸ ਇਸ ਦਾ ਕੰਪੋਨੈਂਟ ਇਸ ਦੇ ਅਲੋਂਗ ਕੀ ਹੋਏਗਾ 5 cos ਥੀਟਾ, ਸੋ ਪਲੱਸ 5 cos ਥੀਟਾ। ਸੋ x ਦੀ ਵੈਲਿਊ ਜਿਵੇਂ ਅਸੀਂ ਆਰਟੀਕਲ ਦੇ ਵਿੱਚ ਲਿਖੀ ਸੀ, ਤਿੰਨੇ ਸਾਰੇ ਹੌਰੀਜ਼ੌਂਟਲ ਕੰਪੋਨੈਂਟਸ ਦਾ ਟੋਟਲ ਹੁੰਦੀ ਆ। ਸੋ ਇਹਨਾਂ ਸਾਰੇ ਹੌਰੀਜ਼ੌਂਟਲ ਕੰਪੋਨੈਂਟਸ ਦਾ ਟੋਟਲ ਕਰਕੇ ਯੂ ਕੈਨ ਸਿੰਪਲੀਫਾਈ ਇਟ ਈਜ਼ੀਲੀ, ਇਟ ਵਿਲ ਬੀ 0। ਸਿਮਿਲਰਲੀ y ਦੀ ਵੈਲਿਊ ਸਾਰੇ ਵਰਟੀਕਲ ਕੰਪੋਨੈਂਟਸ ਦਾ ਟੋਟਲ ਹੁੰਦੀ ਆ। ਸੋ y ਦੇ ਅਲੋਂਗ ਜੇ ਅਸੀਂ ਲਈਏ 10 ਆਪੋਜ਼ਿਟ ਡਾਇਰੈਕਸ਼ਨ 'ਚ ਹੈ, 7 ਇੱਧਰ ਆ ਜਾਏਗਾ, ਠੀਕ ਹੈ, 7 ਇਸੇ ਡਾਇਰੈਕਸ਼ਨ ਦੇ ਵਿੱਚ ਹੈ, ਔਰ ਇਸੇ ਡਾਇਰੈਕਸ਼ਨ 'ਚ ਇਹਦਾ ਕੰਪੋਨੈਂਟ ਜਿਹੜਾ ਸੀ that will be 5 sin theta। ਸੋ -10 ਕਿਉਂਕਿ ਆਪੋਜ਼ਿਟ ਸੀਗਾ, +7 +5 sin theta। ਤੇ ਇਸ ਨੂੰ ਵੀ ਸੋਲਵ ਕੀਤਾ, 0 ਆ ਗਿਆ। ਸੋ ਜਿਹੜਾ ਆਪਣੇ ਕੋਲ ਫੋਰਸਿਸ ਆਈਆਂ x ਦੇ ਅਲੋਂਗ ਉਹ 0 ਹੈ, ਔਰ ਇਹ ਆਈ ਇਹ ਵੀ 0 ਹੈ। ਤੇ ਹੁਣ ਆਪਾਂ ਨੇ ਕੋਲ ਫਿਰ ਇਹਦਾ ਮਤਲਬ ਕੀ ਹੋਇਆ ਕਿ ਇਹ ਦੋਵੇਂ ਕੰਪੋਨੈਂਟ ਤਾਂ 0 ਆ ਗਏ। ਸੋ ਰਿਜ਼ਲਟੈਂਟ ਫੋਰਸ ਜਿਹੜੀ ਹੈਗੀ ਆ that will be 0 because it was x square plus y square, 0 square plus 0 square, that means 0. That means the system is in equilibrium. ਰਿਜ਼ਲਟੈਂਟ ਫੋਰਸ ਤਾਂ 0 ਆ ਗਈ, ਬਟ ਇੱਕ ਕਪਲ ਆਪਣੇ ਕੋਲ ਪੈਂਡਿੰਗ ਰਹੇਗਾ, ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਰਿਜ਼ੋਲਵ ਕਰਦੇ ਆ ਤਾਂ ਇੱਕ ਇਹ ਫੋਰਸ ਰਿਜ਼ਲਟੈਂਟ ਜਿਹੜੀ ਹੈ ਇਹ ਟੂਗੇਦਰ ਵਿਦ ਦਾ ਇੱਕ ਕਪਲ ਆਉਂਦੀ ਹੈ, ਤੇ ਉਸ ਕਪਲ ਦੀ ਮੂਵਮੈਂਟ ਅਸੀਂ ਫਾਈਂਡ ਕਰਨੀ ਹੈ। ਤਾਂ ਹੀ ਉਹਨੇ ਕੁਐਸਚਨ ਦੇ ਵਿੱਚ ਕਿਹਾ ਸੀ ਸ਼ੋ ਕਰੋ ਸਿਸਟਮ ਰੈਡਿਊਸਿਸ ਟੂ ਅ ਕਪਲ। ਤਾਂ ਇਹ ਤਾਂ 0 ਹੀ ਹੋ ਗਿਆ, ਤਾਂ ਇਸ ਲਈ ਕਪਲ ਹੀ ਆਪਣੇ ਕੋਲ ਬਚੇਗਾ, ਔਰ ਉਸ ਕਪਲ ਦੀ ਆਪਾਂ ਮੂਵਮੈਂਟ ਫਾਈਂਡ ਕਰਕੇ ਦੇ ਦੇਵਾਂਗੇ। ਔਰ ਕਪਲ ਦੀ ਮੂਵਮੈਂਟ ਕਿਵੇਂ ਹੋਏਗੀ, ਕਪਲ ਦੀ ਮੂਵਮੈਂਟ ਦੇ ਲਈ ਤੁਸੀਂ ਕਿਸੇ ਵੀ ਇੱਕ ਪੁਆਇੰਟ ਦੇ ਅਬਾਊਟ ਸਾਰੀਆਂ ਫੋਰਸਿਸ ਦੇ ਮੂਵਮੈਂਟਸ ਦਾ ਟੋਟਲ ਕਰ ਦਿਓ। ਸੋ A ਪੁਆਇੰਟ ਦੇ ਅਬਾਊਟ ਅਸੀਂ ਮੂਵਮੈਂਟਸ ਦਾ ਟੋਟਲ ਕਰ ਰਹੇ ਹਾਂ। ਸੋ 2A ਦੇ ਵਿੱਚੋਂ ਹੀ ਲੰਘ ਰਹੀ ਹੈ, ਸੋ 2 ਕਰਕੇ 0 ਆ ਗਿਆ। 7 ਦਾ ਡਿਸਟੈਂਸ ਕਿੰਨਾ ਹੋਇਆ A ਤੋਂ, ਇਹ 4 ਮੀਟਰ ਗਿਵਨ ਸੀਗਾ, ਸੋ 7 × 4 ਐਂਡ ਇਟ ਇਜ਼ ਆਲਸੋ ਇਨ ਦਾ ਐਂਟੀ ਕਲੌਕ ਡਾਇਰੈਕਸ਼ਨ। ਤੇ 6 × 3 ਕਿਉਂਕਿ 6 ਦੇ ਲਈ ਆਹ ਡਿਸਟੈਂਸ ਬਣਦਾ ਹੈਗਾ 3, ਔਰ ਇਹ ਵੀ ਐਂਟੀ ਕਲੌਕ ਹੈ। 6 × 3 10 ਇਸੇ ਦੇ ਵਿੱਚੋਂ ਪਾਸ ਕਰਦਾ 0, 5 ਵੀ ਇਸੇ ਦੇ ਵਿੱਚੋਂ ਪਾਸ ਕਰਦਾ, ਤੈਨੂੰ ਸੋਲਵ ਕਰਕੇ ਆ ਗਿਆ 46 kg ਪਰ ਮੀਟਰ। ਸੋ ਇਹੀ ਆਪਣੇ ਕੋਲ ਜਿਹੜਾ ਹੈ ਇਹਦਾ ਮੂਵਮੈਂਟ ਆ ਗਿਆ, ਜਿਹੜਾ ਆਪਣੇ ਕੋਲ ਕਪਲ ਬਚਿਆ ਉਹਦਾ ਮੂਵਮੈਂਟ ਆਪਣੇ ਕੋਲ 46 kg ਮੀਟਰ ਫਾਈਂਡ ਕਰ ਲਿਆ ਸੀ।